आप लिहो तुम कथा सुधारी। सतनाम श्री वाहिगुरु साहिब जियो। दोहरा मंद मसंदन बृंद को श्राप भयो इस भाए। तन धन श्री गुर दसम पद सगरे देख पाए। वाहिगुरु जी का खालसा वाहिगुरु जी की फतेह। गुरु की साजी नवाजी गुरु रूप साध संगत जी सतगुਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਰਹਿਰਾਸ ਸਾਹਿਬ ਜੀ ਦੇ ਪਾਠ ਆਰਤੀ ਆਰਤੇ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਗੁਰੂ ਸਾਹਿਬ ਜੀ ਦੀ ਗੋਦ ਵਿੱਚ ਸੁਰਤੀ ਬਿਰਤੀ ਨੂੰ ਇਕਾਗਰ ਕਰਕੇ ਬੈਠੀਏ। ਬਿਰਤੀ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਕਥਾ ਦਾ ਆਨੰਦ ਮਾਣੀਏ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਸਰੋਵਰ ਦੀ ਸੇਵਾ ਕਰਾ ਰਹੇ ਸਨ। ਮਸੰਦਾਂ ਦੇ ਕੋਲ ਸਾਰੀ ਜ਼ਿੰਮੇਵਾਰੀ ਸੀ। ਗੁਰੂ ਘਰ ਦੀ ਮਾਇਆ ਖਰਚਾ ਤੇ ਆਮਦਨ ਇਹ ਮਸੰਦ ਹੀ ਸਾਂਭਦੇ ਸਨ। ਮਸੰਦਾਂ ਨੇ ਕੁਝ ਸਰਫਾ ਕੀਤਾ। ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀਆਂ ਪੌੜੀਆਂ ਬਣ ਰਹੀਆਂ ਸਨ। ਇਹਨਾਂ ਨੇ ਇੱਕ ਇੱਟ ਗਾਰ ਇੱਕ ਚੂਨੇ ਦੀ ਲਵਾ ਕੇ ਤੇ ਪਿਛਲੀ ਭਰਤੀ ਗਾਰੇ ਦੀ ਕਰਾਉਣ ਲੱਗ ਪਏ। ਅਗਲੇ ਪਾਸੇ ਚੂਨਾ ਲਾ ਦਿੰਦੇ, ਪੱਕਾ ਕਰ ਦਿੰਦੇ ਐ ਤੇ ਪਿੱਛੇ ਕੱਚੀਆਂ ਇੱਟਾਂ ਗਾਰੇ ਦੀਆਂ ਭਰੀ ਜਾਂਦੇ ਐ। ਤੋ ਸਾਧ ਸੰਗਤ ਜੀ ਇਹ ਗੱਲ ਸਿੱਖਾਂ ਨੂੰ ਚੰਗੀ ਨਾ ਲੱਗੀ। ਉਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ। ਸਤਿਗੁਰਾਂ ਨੇ ਮਸੰਦਾਂ ਨੂੰ ਤਾੜਨਾ ਕੀਤੀ। ਭਾਈ ਗੁਰੂ ਘਰ ਦੀ ਮਾਇਆ ਹੈ, ਤੁਸੀਂ ਇਹਨੂੰ ਖਰਚੋ। ਜਿੰਨੀ ਮਾਇਆ ਖਰਚੋਗੇ ਹੋਰ ਵਧੇਗੀ, ਹੋਰ ਆਵੇਗੀ। ਪਰ ਉਹ ਮਸੰਦ ਸਰਫੇ ਵਿੱਚ ਆਪਣੀ ਬਿਰਤੀ ਰੱਖਦੇ ਰਹੇ। ਕੁਝ ਦਿਨ ਫਿਰ ਚੰਗੀ ਤਰ੍ਹਾਂ ਠੀਕ ਸੇਵਾ ਕਰਾਉਣ ਤੋਂ ਬਾਅਦ ਫਿਰ ਗਾਰੇ ਦੀ ਚੁਣਾਈ ਸ਼ੁਰੂ ਕਰਾ ਦਿੱਤੀ। ਜਦੋਂ ਤੀਜੀ ਵਾਰੀ ਇਹ ਗੱਲ ਹੋਈ ਤਾਂ ਮਹਾਰਾਜ ਸਾਹਿਬ ਜੀ ਦੇ ਮੂੰਹ ਤੋਂ ਬਚਨ ਨਿਕਲਿਆ ਕਿ ਅੰਮ੍ਰਿਤਸਰ ਸਰੋਵਰ ਤਾਂ ਪੱਕਾ ਬਣ ਜਾਏਗਾ, ਇਹਦੀਆਂ ਤੇ ਸਦਾ ਹੀ ਜਿੰਨੀਆਂ ਪੱਕੀਆਂ ਹਨ। ਇੱਕ ਵਾਰੀ ਢਹੇਗਾ ਫਿਰ ਮੇਰਾ ਖਾਲਸਾ ਇਹਨੂੰ ਦੁਬਾਰਾ ਪੱਕਾ ਬਣਾਏਗਾ। ਪਰ ਮਸੰਦਾਂ ਦੀ ਜੜ ਜਿਹੜੀ ਹੈ ਉਹ ਕੱਚੀ ਹੋ ਜਾਏਗੀ, ਇਹਨਾਂ ਦੀ ਨੀਂਹ ਕੱਚੀ ਹੋ ਜਾਏਗੀ, ਭਾਵ ਇਹ ਖਤਮ ਹੋ ਜਾਣਗੇ। ਸੋ ਸਾਧ ਸੰਗਤ ਜੀ ਮਸੰਦਾਂ ਦਾ ਪਰਮੇਸ਼ਰ ਵੱਲੋਂ ਹੀ ਸਫਾਇਆ ਹੋਣਾ ਸੀ। ਗੁਰੂ ਘਰ ਵਿੱਚੋਂ ਮਰਜ਼ਾਦਾ ਇਹਨਾਂ ਦੀ ਸਮਾਪਤ ਹੋਣੀ ਸੀ। ਉਹ ਬਚਨ ਪੰਜਵੇਂ ਪਾਤਸ਼ਾਹ ਜੀ ਦੇ ਮੁਖ ਤੋਂ ਹੋਇਆ। ਜੋ ਦਸਵੇਂ ਪਾਤਸ਼ਾਹ ਨੇ ਸਾਰੇ ਮਸੰਦ ਸਮਾਪਤ ਕਰਤੇ, ਸਾਰੀ ਪ੍ਰਥਾ ਹੀ ਖਤਮ ਕਰਤੀ ਮਸੰਦਾਂ ਦੀ। ਹੁਕਮਨਾਮੇ ਮਿਲਦੇ ਹਨ ਦਸਮ ਪਾਤਸ਼ਾਹ ਜੀ ਦੇ ਕਿ ਮਸੰਦ ਮਸੰਦੀਏ ਦੇ ਮੂੰਹ ਲੱਗਣਾ ਨਹੀਂ, ਮਸੰਦਾਂ ਨੂੰ ਨਹੀਂ ਮੰਨਣਾ। ਇੱਦਾਂ ਦੇ ਬਚਨ ਮਹਾਰਾਜ ਦਸਵੇਂ ਪਾਤਸ਼ਾਹ ਦੇ ਹੱਥ ਦੇ ਲਿਖੇ ਹੋਏ ਹੁਕਮਨਾਮਿਆਂ ਵਿੱਚੋਂ ਹੁਣ ਵੀ ਦਰਸ਼ਨ ਹੁੰਦੇ ਹਨ। ਜੇ ਕਰਨੇ ਹੋਣ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੁਰੂ ਸਾਹਿਬ ਜੀ ਦੇ ਹੁਕਮਨਾਮਿਆਂ ਦੀ ਫੋਟੋ ਕਾਪੀਆਂ ਛਾਪੀਆਂ ਹੋਈਆਂ ਮਿਲਦੀਆਂ। ਡਾਕਟਰ ਗੰਡਾ ਸਿੰਘ ਜੀ ਪਟਿਆਲਾ ਯੂਨੀਵਰਸਿਟੀ ਦੇ ਵਿਦਵਾਨ ਹੋਏ ਨੇ। ਉਹਨਾਂ ਨੇ ਸਾਰੇ ਹੁਕਮਨਾਮੇ ਥਾਂ ਥਾਂ ਜਾ ਕੇ ਫੋਟੋ ਕਾਪੀ ਕਰਕੇ ਛਾਪੇ ਹਨ। ਇਤਿਹਾਸ ਦਾ ਵੀ ਉਹ ਬੜਾ ਵੱਡਾ ਸਬੂਤ ਹਨ। ਉਹਨਾਂ ਵਿੱਚੋਂ ਬਹੁਤ ਸਾਨੂੰ ਪ੍ਰਮਾਣ ਮਿਲਦੇ ਹਨ, ਗੁਰੂ ਘਰ ਦੀ ਮਰਜ਼ਾਦਾ ਬਾਰੇ ਵੀ, ਇਤਿਹਾਸ ਬਾਰੇ ਵੀ। ਸੋ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਧੰਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਜੋ ਬਚਨ ਹੋਏ, ਦਸਵੇਂ ਪਾਤਸ਼ਾਹ ਦੇ ਸਮੇਂ ਪੂਰੇ ਹੋਏ, ਮਸੰਦਾਂ ਦੀ ਮਰਜ਼ਾਦਾ ਸਮਾਪਤ ਹੋਈ ਸੀ। ਇਹ ਗੁਰੂ ਅਰਜਨ ਸਾਹਿਬ ਨੇ ਬਚਨ ਕੀਤਾ ਹੈ। ਅੱਗੇ ਕਥਾ ਪ੍ਰੇਮ ਨਾਲ ਸਰਵਣ ਕਰੋ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮੰਦ ਮਸੰਦਨ ਬ੍ਰਿੰਦ ਕੋ। ਸਾਧ ਸੰਗਤ ਜੀ ਮਸੰਦਾਂ ਦੀ ਬਿਰਤੀ ਜਿਹੜੀ ਹੈ ਉਹ ਮੱਧਮ ਪੈ ਗਈ, ਭਾਵ ਮਾਇਆ ਦੇ ਲਾਲਚ ਵਿੱਚ ਆ ਗਏ। ਇਸ ਕਰਕੇ ਮੰਦ ਮਤੀਏ ਗਏ ਹਨ ਸਤਿਗੁਰਾਂ ਦੇ। ਸ਼ਰਾਪ ਭਇਓ ਇਸ ਭਾਏ। ਮਹਾਰਾਜ ਦਾ ਇਹ ਸ਼ਰਾਪ ਸੁਤੇ ਸਿੱਧੀ ਹੋ ਗਿਆ ਵੀ ਇਹਨਾਂ ਦੀਆਂ ਜੜ੍ਹਾਂ ਖੋਖਲੀਆਂ ਹੋ ਜਾਣਗੀਆਂ। ਅੰਮ੍ਰਿਤਸਰ ਤੇ ਪੱਕਾ ਬਣ ਜਾਏਗਾ, ਪਰ ਇਹਨਾਂ ਦੀਆਂ ਨੀਹਾਂ ਕੱਚੀਆਂ ਰਹਿ ਜਾਣਗੀਆਂ। ਇਸ ਤਰ੍ਹਾਂ ਦਾ ਬਚਨ ਪੰਜਵੇਂ ਪਾਤਸ਼ਾਹ ਦੇ ਮੁਖ ਤੋਂ ਹੋਇਆ, ਸੁਤੇ ਸਿੱਧੀ ਹੋਇਆ। ਹਾਂਜੀ। ਧੰਨ ਧੰਨ ਸ੍ਰੀ ਗੁਰ ਦਸਮ ਪਦ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਵਤਾਰ ਧਾਰਿਆ, ਕਲਗੀਧਰ ਪਿਤਾ ਜੀ ਮਹਾਰਾਜ ਦਸਮ ਪਾਤਸ਼ਾਹ ਜੀ ਨੇ,
ਸਗਰੇ ਦੇਖ ਪਾਏ। ਸਤਿਗੁਰਾਂ ਨੇ ਸਾਰੇ ਮਸੰਦ ਸਮਾਪਤ ਕਰ ਦਿੱਤੇ, ਖਤਮ ਕਰ ਦਿੱਤੇ। ਮਸੰਦਾਂ ਦੀ ਮਰਜ਼ਾਦਾ ਹੀ ਸਮੇਟ ਕੇ ਰੱਖ ਦਿੱਤੀ ਸਤਿਗੁਰਾਂ ਨੇ। ਬਲੀ ਤੁਰਕਪਤ ਕਾਬਲੀ। ਸਾਧ ਸੰਗਤ ਜੀ, ਜਦੋਂ ਕਾਬਲ ਦਾ ਬਾਦਸ਼ਾਹ ਤੁਰਕਪਤੀ ਪਠਾਨ ਅਹਿਮਦ ਸ਼ਾਹ ਅਬਦਾਲੀ, ਜਿਹਨੇ 11 ਹਮਲੇ ਹਿੰਦੁਸਤਾਨ ਤੇ ਕੀਤੇ ਨੇ, ਕਈ ਵਿਦਵਾਨਾਂ ਨੇ 17 ਵੀ ਲਿਖੇ ਨੇ, ਉਹਨੇ ਜਦੋਂ 6ਵਾਂ ਹੱਲਾ ਖਾਲਸੇ ਪੰਜਾਬ ਤੇ ਕੀਤਾ ਸੀ 1762 ਫਰਵਰੀ ਦੇ ਮਹੀਨੇ ਵਿੱਚ। ਹਾਂਜੀ, ਇਸ ਥਲ ਦਲ ਚਲ ਆਏ। ਖਾਲਸੇ ਨਾਲ ਕੋਪਰ ਹੀੜੇ ਦਾ ਜੰਗ ਦਾ ਵੱਡਾ ਘੱਲੂਘਾਰਾ ਵਾਪਰਿਆ ਸੀ, ਜਿਹਦੇ 'ਚ 30,000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ ਸਨ। ਬੁੱਢਾ ਦਲ, ਤਰਨਾ ਦਲ, 11 ਹੀ ਮਿਸਲਾਂ ਇੱਥੇ ਸਾਧ ਸੰਗਤ ਦੀ ਜੰਗ ਵਿੱਚ ਜੂਝੀਆਂ ਸਨ। ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਸ੍ਰੀ ਅੰਮ੍ਰਿਤਸਰ ਪਹੁੰਚਿਆ ਸੀ। ਹਾਂਜੀ, ਸਰਸੋ ਪਾਨ ਉਖੇਰ ਕਰ। ਉਸ ਨੇ ਆਪਣੀਆਂ ਫੌਜਾਂ ਨੂੰ ਹੁਕਮ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀਆਂ ਸਾਰੀਆਂ ਹੀ ਨਿਸ਼ਾਨੀਆਂ ਖਤਮ ਕਰ ਦਿੱਤੀਆਂ। ਪੌੜੀਆਂ ਜਿਹੜੀਆਂ ਮਸੰਦਾਂ ਨੇ ਕੱਚੀਆਂ ਬਣਾਈਆਂ ਸਨ, ਅਬਦਾਲੀ ਨੇ ਉਖੇੜ ਦਿੱਤੀਆਂ, ਪੱਟ ਦਿੱਤੀਆਂ ਸਾਰੀਆਂ ਹੀ। ਹਾਂਜੀ, ਪੂਰਤਿਓ ਸਭ ਥਾਏ। ਔਰ ਸਰੋਵਰ ਦੇ ਵਿੱਚ ਮਲਬਾ ਪਾ ਕੇ ਸਾਰਾ ਸਰੋਵਰ ਪੂਰ ਦਿੱਤਾ ਸੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਥੱਲੇ ਬਰੂਦ ਦੇ ਕੁੱਪੇ ਭਰ ਕੇ ਉਡਾ ਦਿੱਤਾ ਸੀ। ਹਾਂਜੀ, ਸਿੰਘ ਬ੍ਰਿੰਦ ਮਹਿਬਤ ਭਏ। ਫਿਰ ਸਾਧ ਸੰਗਤ ਜੀ, ਖਾਲਸੇ ਨੇ 6 ਮਹੀਨੇ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਭਜਾ ਕੇ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਤੇ ਕਬਜ਼ੇ ਕਰ ਲਏ। 12 ਹੀ ਮਿਸਲਾਂ ਦਾ ਰਾਜ ਬਣ ਗਿਆ ਖਾਲਸੇ ਦਾ। ਬੁੱਢੇ ਦਲ ਦੇ ਜਥੇਦਾਰ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਹਰੀ ਸਿੰਘ ਜੀ ਭੰਗੀ, ਜੈ ਸਿੰਘ ਜੀ ਕਨਈਆ, ਜੱਸਾ ਸਿੰਘ ਰਾਮਗੜੀਆ, ਤਾਰਾ ਸਿੰਘ ਘੇਬਾ, ਇਸੇ ਤਰ੍ਹਾਂ ਸਾਰੀਆਂ ਮਿਸਲਾਂ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋਏ। ਖਾਲਸੇ ਨੇ ਗੁਰਮਤਾ ਕੀਤਾ ਵੀ ਸ੍ਰੀ ਹਰਿਮੰਦਰ ਸਾਹਿਬ ਦੁਬਾਰਾ ਬਣਾਈਏ ਅਤੇ ਸਰੋਵਰ ਦੀ ਸੇਵਾ ਵੀ ਦੁਬਾਰਾ ਕਰਾਈਏ। ਭਾਈ ਦੇਸ ਰਾਜ ਦੀ ਸਹਿਜਧਾਰੀ ਗੁਰਸਿੱਖ ਪਿੰਡ ਸੁਰ ਸਿੰਘ ਦੇ ਰਹਿਣ ਵਾਲੇ, ਜਿੱਥੋਂ ਦੇ ਭਾਈ ਵਿਧੀ ਚੰਦ ਜੀ ਹੋਏ ਨੇ, ਉੱਥੋਂ ਦੇ ਸਨ ਭਾਈ ਦੇਸ ਰਾਜ ਜੀ, ਗੁਰੂ ਘਰ ਦੇ ਚੰਗੇ ਪ੍ਰੇਮੀ, ਨਾਮ ਬਾਣੀ ਦੇ ਰਸੀਏ। ਉਹ ਬੜੇ ਤਗੜੇ ਇੰਜੀਨੀਅਰ ਸਨ, ਬਿਲਡਿੰਗਾਂ ਬਣਾਉਣੀਆਂ ਆਲੀਸ਼ਾਨ ਵਧੀਆ ਉਹ ਵਿੱਦਿਆ ਜਾਣਦੇ ਸਨ। ਗੁਰੂ ਘਰ ਦੇ ਪ੍ਰੇਮ, ਉਹਨਾਂ ਨੂੰ ਇਹ ਸਾਰੀ ਜ਼ਿੰਮੇਵਾਰੀ ਦਿੱਤੀ ਗਈ। ਬਾਬਾ ਜੱਸਾ ਸਿੰਘ ਜੀ ਆਲੂਵਾਲੀਏ ਨੇ ਆਪਣੇ ਹੱਥ ਨਾਲ ਇੱਟ ਰੱਖ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਰੰਭਤਾ ਕੀਤੀ। ਭਾਈ ਦੇਸ ਰਾਜ ਜੀ ਨੇ ਸਾਰੀ ਸੇਵਾ ਕਰਾਈ। ਜੋ ਹੁਣ ਆਪਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਦੇ ਆ ਨਾ ਅੱਜ ਕੱਲ੍ਹ, ਇਹ ਉਦੋਂ ਬਣਾਇਆ ਸੀ 1762 ਤੋਂ ਬਾਅਦ, ਜਿਹਦੇ ਵਿੱਚ ਸਾਰੀਆਂ ਹੀ ਮਿਸਲਾਂ ਸਿੱਖਾਂ ਦੀਆਂ ਦਲ ਪੰਥ ਇਕੱਠੇ ਹੋ ਕੇ ਸਾਰਿਆਂ ਨੇ ਯੋਗਦਾਨ ਪਾਇਆ ਸੀ। ਹਾਂਜੀ, ਅਤੇ ਜਮਨ ਸਮੁਦਾਏ। ਸਾਧ ਸੰਗਤ ਜੀ, ਅਹਿਮਦ ਸ਼ਾਹ ਅਬਦਾਲੀ ਖਾਲਸੇ ਦਾ ਬੜਾ ਵੱਡਾ ਵੈਰੀ ਸੀ। ਉਹ ਖਾਲਸੇ ਨਾਲ ਯੁੱਧ ਕਰਦਾ ਹੋਇਆ ਜਦੋਂ ਹਰਿਮੰਦਰ ਸਾਹਿਬ ਪਹੁੰਚਿਆ ਸੀ, ਉਹਨੇ ਹਰਿਮੰਦਰ ਸਾਹਿਬ ਢਾਹਿਆ ਸੀ ਤੇ ਇੱਟ ਉੱਡ ਕੇ ਉਹਦੀ ਨੱਕ ਤੇ ਵੱਜੀ ਸੀ, ਜਿਹਦੇ ਨਾਲ ਨਸੂਰ ਹੋ ਗਿਆ ਸੀ ਤੇ ਉਸੇ ਬਿਮਾਰੀ ਦਾ ਉਹ ਮਰ ਗਿਆ ਸੀਗਾ। ਸੋ ਸਾਧ ਸੰਗਤ ਜੀ, ਬਾਅਦ ਵਿੱਚ ਖਾਲਸੇ ਨੇ ਜਮਨਾ ਨੂੰ ਭਜਾਇਆ ਪੰਜਾਬ ਵਿੱਚੋਂ। ਪਠਾਣਾ ਨੂੰ, ਮੁਗਲਾਂ ਨੂੰ ਦੌੜਾਂ ਲਵਾਤੀਆਂ ਸਿੰਘਾਂ ਨੇ। ਖਾਲਸੇ ਦੀ ਤੇਗ ਦੀ ਧਾਂਗ ਕਾਬਲ ਕੰਧਾਰ ਤਾਈਂ ਪਈ। ਫਿਰ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਜੀ ਦਾ ਰਾਜ ਆਇਆ। ਸਰਦਾਰ ਹਰੀ ਸਿੰਘ ਜੀ ਨਲੂਏ ਵਰਗੇ ਯੋਧਿਆਂ ਨੇ ਕਾਬਲ ਦਰਾ ਖੈਬਰ ਦੇ ਰਸਤੇ ਬੰਦ ਕਰ ਦਿੱਤੇ। ਖਾਲਸੇ ਨੇ ਤਿੱਬਤ, ਚਾਈਨਾ ਤੋਂ ਲੈ ਕੇ ਸਾਧ ਸੰਗਤ ਜੀ ਅਫਗਾਨਿਸਤਾਨ ਤੱਕ ਸਾਰਾ ਖਾਲਸੇ ਦਾ ਰਾਜ ਬਣ ਗਿਆ। ਉਸ ਵੇਲੇ ਫਿਰ ਸ੍ਰੀ ਹਰਿਮੰਦਰ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨਾ ਚੜਾਇਆ ਸੀਗਾ, ਜਿਹਦੀ ਨਿਸ਼ਾਨੀ ਆਪਾਂ ਹੁਣ ਦਰਸ਼ਨ ਕਰਦੇ ਹਾਂ ਨਾ। ਇਹ ਸਾਰਾ ਸੁੰਦਰ ਸੋਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਹੈ। ਗੁਰੂ ਸਾਹਿਬ ਨੇ ਕਿਰਪਾ ਕਰਕੇ ਉਹਨਾਂ ਤੋਂ ਸੇਵਾ ਲਈ ਸੀ। ਹਰਿਮੰਦਰ ਸਾਹਿਬ ਦੇ ਅੱਗੇ ਇੱਕ ਪਲੇਟ ਲੱਗੀ ਹੋਈ ਹੈ, ਜਿਹਦੇ ਤੇ ਸੰਪੂਰਨ ਮੂਲ ਮੰਤਰ ਲਿਖਿਆ ਹੋਇਆ ਤੇ ਥੱਲੇ ਲਿਖਿਆ ਵੀ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਰਮ ਸੇਵਕ ਸਿੱਖ ਜਾਣ ਕਰ ਸ੍ਰੀ ਮਹਾਰਾਜਾ ਰਣਜੀਤ ਸਿੰਘ ਜੀ ਪਰ ਦਇਆ ਕਰਕੇ ਸਵਰਨ ਕੀ ਔਰ ਸੰਗ ਸੁਪੈਦ ਕੀ ਸੇਵਾ ਕਰਾਈ ਹੈ। ਸੋ ਸਾਧ ਸੰਗਤ ਜੀ, ਇਹ ਖਾਲਸੇ ਦਾ ਬੋਲ ਬਾਲਾ ਹੋਇਆ ਸੀ। ਗੁਰੂ ਅਰਜਨ ਦੇਵ ਜੀ ਦਾ ਬਚਨ ਸੀਗਾ ਕਿ ਮੇਰੇ ਸਿੰਘ ਆਉਣਗੇ ਤੇ ਰਾਜ ਕਰਨਗੇ ਅਤੇ ਇਹ ਸਰੋਵਰਾਂ ਦੀ ਸੇਵਾ। ਇਸੇ ਤਰ੍ਹਾਂ ਤਰਨ ਤਾਰਨ ਸਰੋਵਰ ਸਾਧ ਸੰਗਤ ਜੀ, ਕਾਜ਼ੀ ਨੂਰਦੀਨ ਜਿਹੜਾ ਹੋਇਆ, ਉਹਦੇ ਪਿਤਾ ਦੇ ਨਾਂ ਤੇ ਨੂਰਦੀਨ
ਦੀ ਸਰਾਂ ਬਣ ਰਹੀ ਸੀ। ਉਹਨੇ ਸਾਧ ਸੰਗਤ ਜੀ ਨੂਰਦੀਨ ਦੀ ਸਰਾਂ ਵਾਲਿਆਂ ਨੇ ਤਾਂ ਸਰੋਵਰ ਦੀਆਂ ਇੱਟਾਂ ਜ਼ਬਰਦਸਤੀ ਚੁੱਕ ਕੇ ਸਰਾਂ ਨੂੰ ਲਾ ਦਿੱਤੀਆਂ। ਸਤਿਗੁਰਾਂ ਨੂੰ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਰਕ ਜਬਰੀ ਕਰਦੇ ਨੇ। ਮਹਾਰਾਜ ਕਹਿੰਦੇ ਕੋਈ ਨਹੀਂ, ਸਾਡੇ ਸਿੰਘ ਆਉਣਗੇ, ਉਹ ਨੂਰਦੀਨ ਦੀ ਸਰਾਂ ਢਾਹ ਕੇ ਫੇਰ ਸਰੋਵਰ ਤੇ ਲਾ ਦੇਣਗੇ। 150 ਸਾਲ ਬਾਅਦ ਸਾਧ ਸੰਗਤ ਜੀ ਜੱਸਾ ਸਿੰਘ ਰਾਮਗੜੀਆ ਦੇ ਬਾਕੀ ਮਿਸਲਾਂ ਵਾਲੇ ਸਿੰਘਾਂ ਨੇ ਉਹ ਜਿਹੜੀ ਸਰਾਂ ਢਾਹ ਦਿੱਤੀ ਤੇ ਸਾਰੀਆਂ ਇੱਟਾਂ ਲਿਆ ਕੇ ਸਰੋਵਰ ਤਰਨ ਤਾਰਨ ਫਿਰ ਪੱਕਾ ਕੀਤਾ ਸੀ। ਸੋ ਬਚਨ ਸਤਿਗੁਰਾਂ ਦੇ ਪਹਿਲਾਂ ਹੀ ਹੁੰਦੇ ਆਏ ਆ। ਗੁਰੂ ਅਰਜਨ ਸਾਹਿਬ ਜੀ ਬਚਨ ਕੀਤਾ, ਮਸੰਦਾਂ ਦੀ ਜੜ ਪੱਟੀ ਜਾਏਗੀ, ਅੰਮ੍ਰਿਤਸਰ ਖਾਲਸੇ ਪੱਕਾ ਬਣਾ ਦੇਣਗੇ। ਹਾਂਜੀ, ਨੀਵ ਪੁਰਾਤਨ ਤਾਲ ਕੀ ਸ੍ਰੀ ਅੰਮ੍ਰਿਤਸਰ ਸਰੋਵਰ ਦੀਆਂ ਪੱਕੀਆਂ ਨੀਹਾਂ ਜਿਹੜੀਆਂ ਪੁਰਾਤਨ। ਹਾਂਜੀ, ਦੇਖ ਭਲੇ ਸੋ ਥਾਏ। ਸੋ ਸਾਧ ਸੰਗਤ ਜੀ ਜਿੱਥੇ ਪਹਿਲੀਆਂ ਨੀਹਾਂ ਸਨ ਉੱਥੇ ਹੀ ਖਾਲਸੇ ਨੇ ਦੁਬਾਰਾ ਵੱਡਾ ਛੋਟਾ ਨਹੀਂ ਕੀਤਾ। ਜਿੰਨਾ ਸਰੋਵਰ ਗੁਰੂ ਅਰਜਨ ਦੇਵ ਜੀ ਨੇ ਬਣਾਇਆ ਸੀ ਓਨਾ ਹੀ ਰੱਖਿਆ ਹੈ। ਹਾਂਜੀ, ਕਰੀ ਸੁਪਾਲ ਚਿਨਾਏ ਪੁੰਨ ਓਨੀਆਂ ਹੀ ਪੌੜੀਆਂ 490 ਫੁੱਟ ਚੌੜਾ 500 ਫੁੱਟ ਲੰਮਾ ਕਰਕੇ ਇਹ ਸਰੋਵਰ ਮਹਾਰਾਜ ਸਾਹਿਬ ਜੀ ਨੇ ਬਣਾਇਆ ਸੀ। 500 ਫੁੱਟ ਦੀ ਲੰਬਾਈ ਹੈ, 490 ਫੁੱਟ ਚੜਾਈ ਹੈ ਸਰੋਵਰ ਦੀ। ਇਹ ਹਿਸਾਬ ਦੇ ਨਾਲ ਖਾਲਸੇ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਭਜਾਉਣ ਤੋਂ ਬਾਅਦ ਫਿਰ ਬਣਾਇਆ, ਜਿਹੜਾ ਹੁਣ ਆਪਾਂ ਦਰਸ਼ਨ ਕਰ ਰਹੇ ਹਾਂ। ਹਾਂਜੀ, ਚੂਨੋ ਸਰਬ ਲਗਾਏ। ਫਿਰ ਤਾਂ ਸਿੰਘਾਂ ਨੇ ਰੀਝ ਕੇ ਖੁੱਲ੍ਹ ਦਿਲ ਨਾਲ ਮਾਇਆ ਲਾਈ ਸੀ। 50 ਲੱਖ ਰੁਪਈਆ ਕਸੂਰ ਤੋਂ ਖਾਲਸੇ ਦੇ ਹੱਥ ਆਇਆ ਸੀ। ਜਦੋਂ ਸਿੰਘਾਂ ਨੇ ਕਸੂਰ ਲੁੱਟੀ ਹੈ ਨਾ, ਪਠਾਣਾ ਨੂੰ ਤਾਂ ਕਬਜ਼ੇ ਕੀਤਾ ਜਾ ਕੇ, ਉੱਥੇ ਸਾਧ ਸੰਗਤ ਜੀ 50 ਲੱਖ ਰੁਪਈਏ ਦਾ ਇੱਕ ਸੰਦੂਕ ਲੱਭਿਆ ਸੀ। ਇੱਕੋ ਸੰਦੂਕ 'ਚੋਂ 50 ਲੱਖ ਰੁਪਈਏ ਦੇ ਹੀਰੇ ਨਿਕਲੇ ਸਨ। ਉਹ ਵੀ ਮਾਇਆ ਸਾਰੀ। ਪਹਿਲਾਂ ਤੇ ਉਹਦੇ ਤੇ ਆਪਸ ਰਾਮਗੜੀਆਂ ਦਾ ਤੇ ਭੰਗੀਆਂ ਦਾ ਝਗੜਾ ਹੋ ਗਿਆ। ਰਾਮਗੜੀਏ ਕਹਿੰਦੇ ਸੰਦੂਕ ਸਾਡਾ, ਭੰਗੀ ਕਹਿੰਦੇ ਸਾਡਾ। ਬਾਬਾ ਜੱਸਾ ਸਿੰਘ ਤੇ ਚੜ੍ਹਤ ਸਿੰਘ ਸੂਕਰ ਚੱਕੀਆ ਵਿੱਚ ਪਾ ਕੇ ਕਹਿਣ ਲੱਗੇ ਲੜੋ ਨਾ, ਇਹ ਗੁਰੂ ਰਾਮਦਾਸ ਦੇ ਦਰਬਾਰ ਭੇਟਾ ਕਰ ਦਿਓ, ਸੇਵਾ ਲਾ ਦਿਓ। ਉਹ ਮਾਇਆ ਸਾਰੀ ਜਿਹੜੀ ਹੈ ਫਿਰ ਖਾਲਸੇ ਨੇ, ਉਸ ਤੋਂ ਇਲਾਵਾ ਵੀ 50 ਲੱਖ ਤਾਂ ਉਹ ਹੀ ਸੀਗਾ, ਬਾਕੀ ਹੋਰ ਜਿੰਨੀ ਮਿਸਲਾਂ ਸੀ ਨਾ, ਕਿਸੇ ਨੇ 5 ਲੱਖ, ਕਿਸੇ ਨੇ 10 ਲੱਖ ਰੁਪਈਆ ਪਾਇਆ, ਕਰੋੜਾਂ ਰੁਪਈਆ ਖਰਚ ਹੋਇਆ। ਫਿਰ ਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਸਰੋਵਰ ਵੀ ਨੀਹਾਂ ਜਿਹੜੀਆਂ ਨੇ ਪੱਕੀਆਂ, ਹਰਿਮੰਦਰ ਸਾਹਿਬ ਦੀਆਂ ਵੀ ਨੀਹਾਂ ਬੜੀਆਂ ਮਜ਼ਬੂਤ। ਫਿਰ ਕਹਿੰਦੇ ਵੀ ਥੱਲੇ ਵਿਚਾਰ ਹੋਈ ਵੀ ਹਰਿਮੰਦਰ ਸਾਹਿਬ ਦੀ ਨੀਂਹ ਦੇ ਥੱਲੇ ਸਿੱਕਾ ਪਾਇਆ ਜਾਵੇ। ਸਿੱਕਾ ਬੜਾ ਮਹਿੰਗਾ ਹੁੰਦਾ, ਜਿਹਦੇ ਰੁਪਈਏ ਆ ਪੈਨੀਆਂ ਬਣਦੀਆਂ ਨੇ, ਸਿੱਕੇ ਬਣਦੇ ਨਾ। ਇਹ ਸਿੱਕਾ ਫਿਰ ਢਾਲ ਕੇ ਮਹਾਰਾਜਾ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਉਹ ਫਿਰ ਨੀਹਾਂ ਦੇ ਵਿੱਚ ਪਵਾਇਆ। ਥੱਲੇ ਥੜੀ ਜਿਹੜੀ ਬੰਨੀ ਹੋਈ ਹੈ ਨਾ, ਜਿੰਨਾ ਹਰਿਮੰਦਰ ਸਾਹਿਬ ਉੱਤੇ ਹੈ ਉਹਦੇ ਨਾਲੋਂ ਦੁੱਗਣਾ ਥੱਲੇ ਹੈ ਸਾਧ ਸੰਗਤ। ਉਹਨਾਂ ਹੀ ਜਿੰਨਾ ਉੱਪਰ ਆਪਾਂ ਦਰਸ਼ਨ ਕਰਦੇ ਹਾਂ ਉਹਦੇ ਨਾਲੋਂ ਦੁੱਗਣਾ ਥੱਲੇ ਹੈ। ਜਦੋਂ ਆ ਪਿੱਛੇ ਸਰੋਵਰ ਦੀ ਸੇਵਾ ਹੋਈ ਸੀ 2004 ਵਿੱਚ, ਉਦੋਂ ਦਾਸ ਵੀ ਸਾਰੇ ਆਪਾਂ ਦਰਸ਼ਨ ਕੀਤੇ ਥੱਲੇ ਜਾ ਕੇ, ਬਿਲਕੁਲ ਓਨਾ ਹੀ ਥੱਲੇ ਦਿਸਦਾ ਸੀ। ਉਹਦੇ ਥੱਲੇ ਫਿਰ ਜਿਹੜਾ ਨਹੀਂ ਦਿਸਦਾ ਅਜੇ ਵੀ ਥੱਲੇ, ਹੋਰ ਥੱਲੇ ਆ, ਉਹ ਉੱਥੋਂ ਤੱਕ ਸਿੱਕਾ ਢਾਲ ਕੇ ਪਾਇਆ ਹੋਇਆ ਵੀ ਤਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਨੀਂਹ ਕਦੀ ਵੀ ਡੋਲੇ ਨਾ, ਇੰਨੀ ਮਜ਼ਬੂਤ ਨੀਂਹ ਰੱਖੀ ਹੈ। ਹਾਂਜੀ, ਤੇ ਸ਼੍ਰੀ ਹਰਿਮੰਦਰ ਕਰਿਓ। ਸ੍ਰੀ ਹਰਿਮੰਦਰ ਸਾਹਿਬ ਬੜਾ ਆਲੀਸ਼ਾਨ ਖਾਲਸੇ ਨੇ ਤਿਆਰ ਕੀਤਾ। ਹਾਂਜੀ, ਕੰਚਨ ਰਤਨ ਖਚਾਏ। ਤੇ ਸ਼ੇਰੇ ਪੰਜਾਬ ਨੂੰ ਮਹਾਰਾਜ ਨੇ ਭੇਜ ਦਿੱਤਾ। ਫਿਰ ਮਹਾਰਾਜ ਰਣਜੀਤ ਸਿੰਘ ਜੀ ਨੂੰ ਕਲਗੀਆਂ ਵਾਲੇ ਨੇ ਬਲ ਦਿੱਤਾ ਤੇ ਸਤਿਗੁਰਾਂ ਦੀ ਕਿਰਪਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਹੀਰੇ ਮੋਤੀ ਜੜ ਕੇ, ਸੋਨਾ ਜੜ ਕੇ ਸਾਰਾ ਹਰਿਮੰਦਰ ਸਾਹਿਬ ਸ਼ਿੰਗਾਰ ਦਿੱਤਾ। ਬਣਾਇਆ ਤਾਂ ਸੀਗਾ ਬਾਬਾ ਜੱਸਾ ਸਿੰਘ ਜੀ ਹੋਰਾਂ ਨੇ, ਪੁਰਾਣੇ ਸਿੰਘਾਂ ਨੇ। 40-50 ਸਾਲ ਬਾਅਦ ਹਰਿਮੰਦਰ ਸਾਹਿਬ ਬਣਨ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸੋਨਾ ਲਵਾ ਦਿੱਤਾ ਸਾਰੇ ਤੇ। ਹਾਂਜੀ, ਸੁਨੋ ਕਥਾ ਸਰਬਨਨ ਕੀ। ਹੁਣ ਸਾਧ ਸੰਗਤ ਜੀ ਪਿਛਲੀ ਕਥਾ ਨਾਲ ਜੁੜ ਜਾਈਏ। ਗੁਰੂ ਅਰਜਨ ਦੇਵ ਜੀ ਕਿਸ ਤਰ੍ਹਾਂ ਸਰੋਵਰ ਬਣਾ ਰਹੇ ਨੇ। ਹਾਂਜੀ, ਸ੍ਰੀ ਅਰਜਨ ਉਪਕਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਪਰਉਪਕਾਰ ਕਰ ਰਹੇ ਨੇ ਪੂਰੀ ਦੁਨੀਆ ਦੇ ਭਲੇ ਲਈ। ਡਿਠੇ ਸਭੇ ਥਾਮ ਨਹੀਂ ਤੁਧ ਜਿਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਸ੍ਰੀ ਅੰਮ੍ਰਿਤਸਰ ਕਿਸ ਤਰ੍ਹਾਂ ਬਣਿਆ ਹੈ ਉਹ ਕਥਾ ਸਰਵਣ ਕਰੀਏ। ਕਾਰ ਕਰਾਵਤ ਤੀਰਥਿਤ। ਮਹਾਰਾਜ ਆਪ ਸਰੋਵਰ ਦੇ ਕੰਢੇ ਤੇ ਬੈਠ ਕੇ ਸਰੋਵਰ ਦੀ ਸੇਵਾ ਕਰਾ ਰਹੇ ਨੇ। ਸ੍ਰੀ ਮੁਖ ਬਾਗ ਉਚਾਰ। ਅਤੇ ਆਪਣੇ ਮੁਖਾਰ ਬਿੰਦ ਤੋਂ ਸ਼ਬਦ ਬਾਣੀ ਐਸੀ ਉਚਾਰਦੇ ਨੇ ਜਿਹਦੇ 'ਚ ਸਰੋਵਰ ਦੀ ਮਹਿਮਾ ਭਰੀ ਹੁੰਦੀ ਹੈ। ਸੰਤੋ ਰਾਮਦਾਸ ਸਰੋਵਰ ਨੀਕਾ,
ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਇਸ ਤਰ੍ਹਾਂ ਦੇ ਬੇਅੰਤ ਸ਼ਬਦ ਮਹਾਰਾਜ ਆਪਣੀ ਦਸਨਾ ਤੋਂ ਉਚਾਰ ਕੇ ਸ੍ਰੀ ਅੰਮ੍ਰਿਤਸਰ ਦੀ ਮਹਿਮਾ ਦੱਸਦੇ ਰਹਿੰਦੇ ਹਨ। ਅਨਗਨ ਨਰ ਕੀ ਭੀੜ ਹੋਵੇ, ਔਰ ਸੰਗਤਾਂ ਦੀ ਭੀੜ ਬੇਸ਼ੁਮਾਰ ਅਣਗਿਣਤੀ ਹੁੰਦੀ ਹੈ। ਚਾਰੋਂ ਦਿਸ਼ ਮਹਿ ਲਾਗ, ਚਾਰੇ ਪਾਸੇ ਸੰਗਤਾਂ ਹੀ ਸੰਗਤਾਂ ਸੇਵਾ ਨੂੰ ਲੱਗੀਆਂ ਹੋਈਆਂ ਨੇ। ਛਿਨਹਿ ਖੁਨਹਿ ਗੁਰ ਗੁਰ ਬਨਹਿ, ਕੋਈ ਖੁਦਾਈ ਕਰ ਰਿਹਾ ਹੈ, ਕੋਈ ਚਿਣਾਈ ਕਰ ਰਿਹਾ ਹੈ, ਕੋਈ ਇੱਟਾਂ ਲਿਆ ਕੇ ਮਿਸਤਰੀਆਂ ਨੂੰ ਫੜਾ ਰਿਹਾ ਹੈ, ਕੋਈ ਚੂਨਾ ਤਿਆਰ ਕਰਕੇ ਮਸਾਲਾ ਤਿਆਰ ਕਰਕੇ ਦੇ ਰਿਹਾ ਹੈ। ਸੇਵਾ ਕਰਦੇ ਗੁਰ ਗੁਰ ਭਨੈ, ਵਾਹਿਗੁਰੂ 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 ਜਪੀ ਜਾਂਦੇ ਗੁਰੂ ਕੇ ਲਾਲ। ਹਾਂਜੀ, ਭਜਨ ਭਗਤ ਬੜ ਭਾਗ, ਪ੍ਰੇਮਾ ਭਗਤੀ ਦਾ ਪ੍ਰਵਾਹ ਚੱਲ ਰਿਹਾ, ਭਜਨ ਸਿਮਰਨ ਹੋ ਰਿਹਾ। ਵੱਡੇ ਭਾਗਾਂ ਵਾਲੇ ਉਹ ਗੁਰਸਿੱਖ ਸੇਵਾ ਕਰ ਰਹੇ ਹਨ। ਚੌਪਈ ਸ਼੍ਰੀ ਲక్ష్ਮੀਪਤ ਏਕ ਓੰਕਾਰ, ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਨਿਰੰਕਾਰ ਜੋਤੀ ਸਰੂਪ, ਸਭ ਸ੍ਰਿਸ਼ਟੀ ਦੇ ਮਾਲਕ ਸੱਚੇ ਪਾਤਸ਼ਾਹ ਜੀ। ਹਾਂਜੀ, ਜਗ ਸਿਰਜਨ ਪਾਲਨ ਸੰਹਾਰ, ਜੋ ਸ੍ਰਿਸ਼ਟੀ ਨੂੰ ਪਾਲਣ ਵਾਲੇ ਹਨ, ਸੰਘਾਰ ਕਰਨ ਵਾਲੇ ਹਨ, ਪੈਦਾ ਕਰਨ ਵਾਲੇ ਹਨ। ਆਪ ਹੀ ਪੈਦਾ ਕਰਨ ਵਾਲੇ, ਆਪ ਹੀ ਮਹਾਰਾਜ ਪਾਲਣ ਵਾਲੇ, ਆਪ ਹੀ ਮਹਾਰਾਜ ਸਾਰੀ ਸ੍ਰਿਸ਼ਟੀ ਨੂੰ ਲੀਨ ਕਰਨ ਵਾਲੇ ਹਨ। ਹਾਂਜੀ, ਤੀਨ ਲੋਕ ਸੁਆਮੀ ਬੜ ਚੀਨ, ਜੋ ਸਾਰੀ ਸ੍ਰਿਸ਼ਟੀ ਦੇ ਮਾਲਕ, ਤਿੰਨਾਂ ਲੋਕਾਂ ਦੇ ਸੁਆਮੀ, ਤੁਮ ਹੋ ਪੁਰੀ ਚਤੁਰਦਸ ਕੰਤਾ, ਸਾਰੀਆਂ ਪੁਰੀਆਂ ਦੇ ਕੰਤ ਸੁਆਮੀ ਮਾਲਕ ਹਨ ਮਹਾਰਾਜ ਜੀ। ਦੀਨ ਦਿਆਲ ਨਿਜ ਭਗਤ ਅਧੀਨ, ਉਹ ਮਹਾਰਾਜ ਸਾਹਿਬ ਜੀ ਆਪਣੇ ਭਗਤਾਂ ਦੇ ਅਧੀਨ ਹਨ, ਹੋਰ ਕਿਸੇ ਦੇ ਅਧੀਨ ਨਹੀਂ। ਬਾਕੀ ਸਾਰੀ ਸ੍ਰਿਸ਼ਟੀ ਮਹਾਰਾਜ ਦੇ ਅਧੀਨ ਹੈ। ਆਖੋ ਵਾਹਿਗੁਰੂ। ਮਹਾਰਾਜ ਆਪਣੇ ਸਿੱਖਾਂ ਦੇ ਅਧੀਨ ਹੈ, ਆਪਣੇ ਭਗਤਾਂ ਦੇ ਅਧੀਨ ਹੈ। ਹਾਂਜੀ, ਸੱਚਖੰਡ ਮਹਿ ਸਭ ਬਿਦ ਜਾਣੇ, ਸੱਚਖੰਡ 'ਚ ਬੈਠੇ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖਿਆ ਨਦਰ ਨਿਹਾਲ। ਉੱਥੇ ਦੇਖ ਰਹੇ ਨੇ ਕਿ ਧਰਤੀ ਉੱਤੇ ਸਾਡਾ ਬੈਕੁੰਠ ਧਾਮ ਬਣ ਰਿਹਾ ਹੈ, ਸ੍ਰੀ ਅੰਮ੍ਰਿਤਸਰ ਸਰੋਵਰ ਬਣ ਰਿਹਾ ਹੈ। ਹਾਂਜੀ, ਆਪਨ ਸਮੀਪਨ ਸਾਥ ਬਖਾਨੇ, ਅਕਾਲ ਪੁਰਖ ਜੀ ਨੇ ਆਪਣੇ ਨਿਕਟਵਰਤੀ ਭਗਤਾਂ ਮਹਾਂਪੁਰਸ਼ਾਂ ਦੇ ਦੇਵਤਿਆਂ ਨੂੰ ਹੁਕਮ ਦਿੱਤਾ ਹੈ। ਹਾਂਜੀ, ਸ਼੍ਰੀ ਨਾਨਕ ਤਨ ਕੋ ਮੈਂ ਧਾਰਿਓ, ਕਿ ਅਸੀਂ ਇਸ ਦੁਨੀਆ ਵਿੱਚ ਅਵਤਾਰ ਧਾਰਿਆ, ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਗਏ। ਹਾਂਜੀ, ਨਰਕ ਪਰਨ ਤੇ ਨਰਨ ਉਗਾਰਿਓ, ਲੋਕਾਂ ਨੂੰ ਨਰਕਾਂ 'ਚ ਪੈਣ ਤੋਂ ਬਚਾਇਆ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ। ਭਾਈ ਗੁਰਦਾਸ ਜੀ ਲਿਖਦੇ ਨੇ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਜਾਕੇ ਓੰਕਾਰ ਕੇ ਆਕਾਰ ਹੈ, ਨਾਨਾ ਪ੍ਰਕਾਰ ਸ੍ਰੀ ਮੁਖ ਸ਼ਬਦ ਗੁਰ ਸਿੱਖਨ ਸੁਨਾਏ ਹੈ। ਜਿਸ ਪਰਮਾਤਮਾ ਦੇ ਇੱਕ ਰੋਮ ਰੋਮ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਨੇ, ਕੋਈ ਅੰਤ ਨਹੀਂ ਆ। ਸਾਇੰਸਦਾਨ ਨਾਸਾ ਵਾਲੇ ਕਿੰਨੀ ਰਿਸਰਚ ਕਰ ਬੈਠੇ ਆ, ਕਰੋੜਾਂ ਸੂਰਜ ਚੰਦਰਮਾ ਦੇਖ ਬੈਠੇ ਆ, ਕਹਿੰਦੇ ਅਜੇ 5% ਵੀ ਨਹੀਂ ਦੇਖਿਆ ਗਿਆ। ਜਿਹੜਾ ਕਰੋੜਾਂ ਬ੍ਰਹਮੰਡਾਂ ਦਾ ਮਾਲਕ ਹੈ, ਕਰੋੜਾਂ ਹੀ ਗਲੈਕਸੀ ਜਿਹਦੇ ਅੰਦਰ ਵਸਦੀਆਂ ਹਨ, ਇੱਕ ਰੋਮ 'ਚ ਵਸਦੀਆਂ ਹਨ, ਉਹ ਪਰਮੇਸ਼ਰ ਧਰਤੀ ਉੱਤੇ ਗੁਰੂ ਨਾਨਕ ਦਾ ਰੂਪ ਧਾਰ ਕੇ ਆਇਆ ਹੈ। ਹਾਂਜੀ, ਅਬ ਸਰੂਪ ਪੰਚਮ ਤਿਨ ਕੇਰਾ, ਹੁਣ ਉਹਨਾਂ ਦਾ ਪੰਜਵਾਂ ਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਹਨ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਹਾਂਜੀ, ਸ਼੍ਰੀ ਅਰਜਨ ਹਿਤ ਜਗਤ ਬਡੇਰਾ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਗਤ ਦਾ ਭਲਾ ਸੋਚ ਰਹੇ ਹਨ, ਜਗਤ ਦਾ ਉਧਾਰ ਕਰਨ ਵਾਸਤੇ ਮਹਾਨ ਪਰਉਪਕਾਰ ਦਾ ਕਾਰਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਕਰ ਰਹੇ ਹਨ। ਭਗਤ ਵੇਸ ਮਹਿ ਛਪ ਹੈ ਵਿਸਾਲੇ, ਗੁਰੂ ਅਰਜਨ ਦੇਵ ਜੀ ਭਗਤ ਦੇ ਰੂਪ ਵਿੱਚ ਬੈਠੇ ਛੁਪ ਕੇ, ਹੈ ਤਾਂ ਖੁਦ ਬ੍ਰਹਮੰਡਾਂ ਦੇ ਮਾਲਕ ਪਰਮੇਸ਼ਰ ਰੂਪ ਹੀ ਹਨ, ਪਰ ਆਪਣੇ ਆਪ ਨੂੰ ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਦਾਸਾਂ ਦੇ ਦਾਸ ਬਣ ਕੇ, ਸੇਵਕ ਬਣ ਕੇ, ਨਿਮਾਣੇ ਭਗਤ ਬਣ ਕੇ ਸੰਸਾਰ ਵਿੱਚ ਬੈਠੇ ਹਨ। ਚਾਹਤ ਭਗਤ ਪੰਥ ਕਹ ਪਾਲੇ, ਮਹਾਰਾਜ ਪਰਮੇਸ਼ਰ ਜੀ ਦੁਨੀਆ ਨੂੰ ਭਗਤੀ ਦੇ ਰਾਹ ਤੇ ਪਾਉਣ ਵਾਸਤੇ ਭਗਤੀ ਵਾਲਾ ਰੂਪ ਬਣਾਇਆ ਹੈ ਤਾਂ ਮਾਲਕ ਬਣ ਕੇ ਦਾਸ ਬੈਠੇ ਨੇ। ਕਿਉਂ? ਮਹਾਰਾਜ ਲੋਕਾਂ ਨੂੰ ਸਿਖਾਉਣਾ ਚਾਹੁੰਦੇ ਆ ਵੀ ਦਾਸ ਕਿਵੇਂ ਬਣੀਦਾ ਹੈ। ਹਾਂਜੀ, ਇਸ ਉਪਾਏ ਮਹਿ ਲਗ ਹੈ ਮਹਾਨਾ,
ਇਹ ਪਰਉਪਕਾਰ ਭਗਤੀ ਦਾ ਮਾਰਗ ਚਲਾ ਰਹੇ ਨੇ, ਕਿਉਂਕਿ ਭਗਤੀ ਤੋਂ ਬਿਨਾਂ ਕਾਲਯੁਗ ਵਿੱਚ ਉਧਾਰ ਨਹੀਂ ਹੋਣਾ। ਹਾਂਜੀ, ਤੇਰੇ ਸਦੀਵ ਨਰਨ ਕਲਿਆਣਾ, ਲੋਕਾਂ ਦਾ ਕਲਿਆਣ ਕਰਨ ਲਈ, ਹਰ ਇੱਕ ਪ੍ਰਾਣੀ ਦਾ ਭਲਾ ਕਰਨ ਲਈ। ਸੁਦਾ ਸਰੋਵਰ ਕੋ ਸਿਰਜਾਵ, ਸ੍ਰੀ ਅੰਮ੍ਰਿਤਸਰ, ਸੁਦਾ ਨਾਮ ਅੰਮ੍ਰਿਤ ਦਾ ਹੈ। ਸੁਦਾ ਸਰੋਵਰ ਜਿੱਥੇ ਵੀ ਆਉਂਦਾ ਉਹਦਾ ਮਤਲਬ ਅੰਮ੍ਰਿਤਸਰ, ਸੁਦਾ ਅੰਮ੍ਰਿਤ ਨੂੰ ਕਹਿੰਦੇ ਆ। ਸੋ ਮਹਾਰਾਜ ਅੰਮ੍ਰਿਤ ਸਰੋਵਰ ਦੀ ਰਚਨਾ ਕਰ ਰਹੇ ਹਨ। ਮਹਾ ਮਹਾਤਮ ਕੋ ਦਿਪਤਾਵਤ, ਉਸ ਅੰਮ੍ਰਿਤ ਸਰੋਵਰ ਦਾ ਮਹਾਤਮ ਵੀ ਦੱਸ ਰਹੇ ਸੰਗਤਾਂ ਨੂੰ। ਸੰਗਤਾਂ ਵੀ ਉਹਨਾਂ ਦਾ ਬਚਨ ਮੰਨ ਕੇ ਉਸ ਮਹਾਤਮ ਨੂੰ ਜਾਣ ਕੇ ਸੇਵਾ ਕਰ ਰਹੀਆਂ ਹਨ। ਕਰਿਓ ਜਹਤ ਵਿੱਚ ਸ੍ਰੀ ਹਰਿਮੰਦਰ, ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਹੋ ਰਹੀ ਹੈ, ਹੋਣੀ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਨੀ, ਗੋਕਾਲ ਪੁਰਖ ਮਹਾਰਾਜ ਜੀ ਸੋਚਦੇ ਹਨ। ਹਾਂਜੀ, ਅਵਨੀਤਲ ਮਹਿ ਅਦਭੁਤ ਸੁੰਦਰ, ਕਿ ਧਰਤੀ ਤੇ ਬੜੀ ਸੋਹਣੀ ਪਵਿੱਤਰ ਥਾਂ ਬਣੇਗੀ, ਜਿੱਥੇ ਸਾਡਾ ਮੰਦਿਰ ਬਣੇਗਾ, ਹਰੀ ਕਾ ਮੰਦਿਰ ਬਣੇਗਾ। ਹਾਂਜੀ, ਜਿਸ ਮਹਿ ਭਜਨ ਪ੍ਰਵਿਰਤ ਹੈ ਮਹਾ, ਜਿਹਦੇ ਵਿੱਚ ਪਰਮੇਸ਼ਰ ਦਾ ਭਜਨ ਹੋਵੇਗਾ, ਅੱਠੇ ਪੈਰ ਕੀਰਤਨ ਹੋਵੇਗਾ। ਸਾਧ ਸੰਗਤ ਜੀ, ਸ੍ਰੀ ਹਰਿਮੰਦਰ ਸਾਹਿਬ ਇੱਕ ਐਸਾ ਸਥਾਨ ਹੈ ਜਿੱਥੇ ਕਿਸੇ ਟਾਈਮ ਵੀ ਪਰਮੇਸ਼ਰ ਦਾ ਭਜਨ ਬੰਦ ਨਹੀਂ ਹੁੰਦਾ। ਸਵੇਰੇ ਦੁਪਹਿਰੇ ਦੀ ਚੌਂਕੀ 2:30 ਵਜੇ ਕੀਰਤਨ ਸ਼ੁਰੂ ਹੁੰਦਾ, 3:45 ਵਜੇ ਆਸਾ ਵਾਰ ਲੱਗਦੀ ਹੈ, 5 ਵਜੇ 5:30 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਜਾਂਦਾ। ਕੀਰਤਨ ਚੱਲਦਾ ਰਹਿੰਦਾ ਰਾਤ ਦੇ 10 ਵਜੇ ਤੱਕ, ਕੀਰਤਨ ਸੋਹਰੇ ਦੀ ਚੌਂਕੀ ਤੱਕ ਕੀਰਤਨ ਹੀ ਕੀਰਤਨ, ਕੀਰਤਨ ਹੀ ਕੀਰਤਨ, ਰਹਿਰਾਸ ਦਾ ਪਾਠ ਵੀ ਹੁੰਦਾ। ਕੀਰਤਨ ਸੋਹਲੇ ਤੋਂ ਬਾਅਦ ਮਹਾਰਾਜ ਦਾ ਸੁਖਾਸਨ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ, ਕੋਠਾ ਸਾਹਿਬ ਚਲੇ ਜਾਂਦੇ ਗੁਰੂ ਸਾਹਿਬ। ਉੱਪਰਲੀ ਛੱਤ ਤੇ ਵੱਡੇ ਸਰੂਪ ਤੋਂ ਅਖੰਡ ਪਾਠ ਉਦੋਂ ਵੀ ਹੋ ਰਿਹਾ ਹੁੰਦਾ। ਉਸ ਤੋਂ ਉੱਪਰ ਗੁੰਬਜ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਚੱਲ ਰਿਹਾ ਹੁੰਦਾ। ਅੰਦਰ ਬਹਿ ਕੇ ਪ੍ਰੇਮੀ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਨ, ਜਿਹੜੇ ਫਿਰ ਸਵੇਰੇ 12:30 ਵਜੇ ਇਸ਼ਨਾਨ ਦੀ ਸ਼ੁਰੂ ਹੁੰਦੀ ਹੈ ਸੇਵਾ, ਉਹ ਵੀ ਸਿੰਘ ਬਾਣੀ ਪੜ੍ਹਦੇ ਹੀ ਸੇਵਾ ਕਰਾਉਂਦੇ ਹਨ। 2:30 ਵਜੇ ਤੱਕ ਉਹ ਸਾਰੀ ਸੇਵਾ ਸੰਪੂਰਨ ਨਾਮ ਬਾਣੀ ਕਰਦੇ ਹੀ ਹੁੰਦੀ ਹੈ। ਫਿਰ ਕੀਰਤਨ ਸ਼ੁਰੂ ਹੋ ਜਾਂਦਾ। 1 ਮਿੰਟ ਵੀ ਜਿਹੜਾ ਨਾ ਸ੍ਰੀ ਹਰਿਮੰਦਰ ਸਾਹਿਬ 'ਚ ਪਰਮੇਸ਼ਰ ਦਾ ਭਜਨ ਬੰਦ ਨਹੀਂ ਹੁੰਦਾ। ਇਸ ਕਰਕੇ ਡਿਠੇ ਸਭੇ ਥਾਮ ਨਹੀਂ ਤੁਧ ਜਿਹਾ। ਹਾਂਜੀ, ਜਹਾਂ ਦਿਸ਼ ਕੇ ਨਰ ਨਮ ਰਹਿ ਤਹਾਂ, ਸਾਰੀ ਦੁਨੀਆ ਦੇ ਲੋਕ ਉੱਥੇ ਮੱਥਾ ਟੇਕਣਗੇ। ਇਹ ਅਕਾਲ ਪੁਰਖ ਹੀ ਸੋਚ ਰਹੇ ਕਿ ਦੁਨੀਆ ਦੇ ਬਾਦਸ਼ਾਹ, ਰਾਜੇ, ਮਹਾਰਾਜੇ, ਆ ਦੇਖੋ ਸਾਧ ਸੰਗਤ ਜੀ, ਕੈਨੇਡਾ ਦਾ ਪ੍ਰਧਾਨ ਮੰਤਰੀ ਕਿੰਨੀ ਸ਼ਰਧਾ ਨਾਲ ਗਿਆ ਉੱਥੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਕਿੰਨੀ ਭਾਵਨਾ ਨਾਲ। ਗੁਰੂ ਰਾਮਦਾਸ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਉਹਨਾਂ ਦੇ ਚਰਨਾਂ ਵਿੱਚ ਪ੍ਰਸ਼ਾਦੇ ਬਣਾਣੇ। ਇੱਕ ਪ੍ਰਧਾਨ ਮੰਤਰੀ ਹੋਵੇ ਦੁਨੀਆ ਦੀ ਵੱਡੀ ਕੰਟਰੀ ਦਾ, ਤੇ ਉੱਥੇ ਉਹ ਨਿਵਾਣਾ ਬਣ ਕੇ ਸੇਵਾ ਕਰੇ, ਇਹ ਕੋਈ ਆਮ ਥਾਂ ਤੇ ਕਿੱਦਾਂ ਹੋ ਸਕਦਾ? ਇਦਾਂ ਨਹੀਂ ਹੁੰਦਾ। ਇਹ ਗੁਰੂ ਰਾਮਦਾਸ ਦੀ ਕਲਾ ਹੈ। ਇਸ ਤੋਂ ਪਹਿਲਾਂ ਵੀ ਬੜੇ ਬੜੇ ਮੰਤਰੀ, ਪ੍ਰਧਾਨ ਮੰਤਰੀ, ਰਾਜੇ, ਮਹਾਰਾਜੇ, ਇੰਗਲੈਂਡ ਦੀ ਮਹਾਰਾਣੀ, ਕਈ ਵਾਰੀ ਵੱਡੇ ਵੱਡੇ ਲੋਕ ਉੱਥੇ ਜਾ ਕੇ ਨਤਮਸਤਕ ਹੋ ਚੁੱਕੇ ਹਨ। ਉਹ ਅਸਥਾਨ ਸਭ ਦੁਨੀਆ ਦੇ ਬਾਦਸ਼ਾਹ ਦਾ, ਅਕਾਲ ਪੁਰਖ ਦਾ ਦਰਬਾਰ ਹੈ। ਪਰਮੇਸ਼ਰ ਦਾ, ਨਿਰੰਕਾਰ ਦਾ, ਸੱਚੇ ਪਾਤਸ਼ਾਹ ਦਾ ਇਸ ਧਰਤੀ ਦੇ ਉੱਤੇ ਜੋ ਦਰਬਾਰ ਹੈ ਉਹ ਸ੍ਰੀ ਹਰਿਮੰਦਰ ਸਾਹਿਬ ਹੈ। ਹਾਂਜੀ, ਭਗਤ ਨਿਰੰਤਰ ਅੰਤਰ ਹੋਏ, ਲਗਾਤਾਰ ਪਰਮੇਸ਼ਰ ਦੀ ਭਗਤੀ ਹੋ ਹੀ ਰਹੀ ਹੈ, ਕੀਰਤਨ ਹੋ ਰਿਹਾ ਹੈ, ਨਿਰੰਤਰ ਕੀਰਤਨ ਗੁਰਬਾਣੀ ਦਾ ਲਗਾਤਾਰ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਮੇਰਾ ਸਤਿਗੁਰ ਪੂਰਾ। ਹਾਂਜੀ, ਕਹੋ ਸਿਮਰਹਿਗੇ ਸਭ ਕੋਏ, ਮਾਰੇ ਅਕਾਲ ਪੁਰਖ ਜੀ ਸੋਚਦੇ ਹਨ ਕਿ ਜਿੱਥੇ ਮੇਰਾ ਮੰਦਿਰ ਬਣਨਾ ਹੈ ਉੱਥੇ ਹਰ ਵੇਲੇ ਮੈਨੂੰ ਲੋਕ ਬਹਿ ਕੇ ਸਿਮਰਨ ਕਰਨਗੇ। ਪਾਪੀ ਤੋਂ ਪਾਪੀ ਬੰਦਾ ਵੀ ਜਦੋਂ ਜਾਂਦਾ ਨਾ ਸਾਧ ਸੰਗਤ ਜੀ, ਉੱਥੇ ਅੰਮ੍ਰਿਤਸਰ ਸਾਹਿਬ ਵਿੱਚ ਵੀ ਕਈ ਤਰ੍ਹਾਂ ਦੇ ਲੋਕ ਰਹਿੰਦੇ ਆ, ਤੇ ਉਹ ਕਈਆਂ ਨਾਲ ਤਜਰਬੇ ਵੀ ਸਾਂਝੇ ਹੁੰਦੇ। ਉਹ ਕਹਿੰਦੇ ਭਾਵੇਂ ਅਸੀਂ ਕਦੀ ਰੱਬ ਦਾ ਨਾਂ ਨਾ ਲਈਏ, ਪਰ ਜਦੋਂ ਇੱਧਰ ਦਿਖਦਾ ਨਾ ਮੂੰਹ ਤੋਂ ਧੰਨ ਗੁਰੂ ਰਾਮਦਾਸ ਨਿਕਲ ਜਾਂਦਾ। ਧੰਨ ਗੁਰੂ ਰਾਮਦਾਸ ਮੂੰਹ ਤੋਂ ਮੱਲੋ ਮੱਲੇ ਨਿਕਲਦਾ, ਵਾਹਿਗੁਰੂ ਮੂੰਹ ਤੋਂ ਮੱਲੋ ਮੱਲੇ ਨਿਕਲਦਾ। ਇਹੋ ਜਿਹੀ ਸ਼ਕਤੀ ਹੈ ਉੱਥੇ, ਵਾਈਬ੍ਰੇਸ਼ਨ ਐਸੀ ਹੈ, ਹਵਾ ਹੀ ਐਸੀ ਹੈ ਕਿ ਆਪੇ ਮੂੰਹ ਤੋਂ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਮੂੰਹ ਤੋਂ ਜਾਪ ਸ਼ੁਰੂ ਹੋ ਜਾਂਦਾ, ਸਿਮਰਨ ਸ਼ੁਰੂ ਹੋ ਜਾਂਦਾ। ਹਾਂਜੀ, ਦੰਭ ਬਹੀਨੇ ਪ੍ਰੇਮ ਪ੍ਰਬੀਨ, ਸੋ ਬਿਨਾਂ ਦੰਭ ਦੇ, ਬਿਨਾਂ ਪਖੰਡ ਦੇ ਇੱਥੇ ਪਰਮੇਸ਼ਰ ਦਾ ਭਜਨ ਹੋਣਾ। ਕੋਈ ਦੰਭ ਨਹੀਂ ਹੋਣਾ, ਕੋਈ ਹੋਰ ਕਰਮ ਕਾਂਡ ਫੋਕਟ ਨਹੀਂ ਹੋਣੇ।
ਕੇਵਲ ਪ੍ਰੇਮਾ ਭਗਤੀ ਹੋਣੀ ਹੈ। ਹਾਂਜੀ, ਹੋਹੇ ਕੀਰਤਨ ਮੈਂ ਲਿਵਲੀਨ। ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋ ਕੇ ਗੁਰਮੁਖ ਜਨ ਭਜਨ ਸਿਮਰਨ ਕਰਿਆ ਕਰਨਗੇ। ਬੜੀਆਂ ਬੜੀਆਂ ਆਤਮਾਵਾਂ ਪਵਿੱਤਰ ਹੁਣ ਵੀ ਹਰਿਮੰਦਰ ਸਾਹਿਬ ਵਿੱਚ ਬੈਠੀਆਂ ਹੁੰਦੀਆਂ ਸਾਧ ਸੰਗਤ ਜੀ, ਗੁਪਤ ਵੀ ਬੈਠੇ ਹੁੰਦੇ, ਪ੍ਰਗਟ ਵੀ ਬੈਠੇ ਹੁੰਦੇ। ਹਾਂਜੀ, ਮੋਕੋ ਸਦਾ ਭਗਤ ਹੈ ਪਿਆਰੀ। ਮਾਰੇ ਅਕਾਲ ਪੁਰਖ ਜੀ ਸੋਚਦੇ ਸਾਨੂੰ ਤਾਂ ਪ੍ਰੇਮਾ ਭਗਤੀ ਹੀ ਪਿਆਰੀ ਹੈ। ਸਾਡੇ ਭਗਤ ਜਿੱਥੇ ਬਹਿਣਗੇ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹਾਂਦਾ, ਉਹ ਸਾਡੀ ਪਿਆਰੀ ਥਾਂ ਹੋਵੇਗੀ। ਭਗਵਾਨ ਨੂੰ ਪੁੱਛਿਆ ਨਾਰਦ ਮੁਨੀ ਜੀ ਨੇ, ਹੇ ਮਹਾਰਾਜ ਜੀ, ਕਈ ਵਾਰੀ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੁੰਦੀ, ਬੈਕੁੰਠ ਵਿੱਚ ਜਾਈਦਾ ਹੈ, ਉੱਥੇ ਤੁਸੀਂ ਮਿਲਦੇ ਨਹੀਂ, ਤੁਸੀਂ ਕਿਤੇ ਹੋਰ ਗਏ ਹੁੰਦੇ ਹੋ, ਤੇ ਕੋਈ ਆਪਣਾ ਖਾਸ ਟਿਕਾਣਾ ਦੱਸ ਛੱਡੋ। ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਨੇ ਵੀ ਆਪਣਾ ਸੈੱਲ ਫੋਨ ਦੱਸ ਦਿਓ, ਫੋਨ ਕਰ ਲਿਆ ਕਰੀਏ, ਪਤਾ ਲੱਗ ਜਾਏ ਕਿੱਥੇ ਹੋ। ਤੇ ਮਹਾਰਾਜ ਨਾਰਦ ਮੁਨੀ ਕਹਿੰਦਾ ਆਪਣਾ ਕੋਈ ਨੰਬਰ, ਕੋਈ ਟਿਕਾਣਾ ਕੋਈ ਦੱਸ ਦਿਓ। ਤੇ ਅਕਾਲ ਪੁਰਖ ਜੀ ਕਹਿੰਦੇ, ਮੇਰੋ ਸਾਧ ਸੰਗ ਮੇਰੋ ਨਿਜ ਘਰ ਸੁਨ ਨਾਰਦ ਮੁਨ। 12 ਕਵਿਤ ਭਾਈ ਗੁਰਦਾਸ ਜੀ ਦੇ ਉਹ 'ਚ ਬਚਨ ਆਇਆ ਕਿ ਨਾਰਦ ਮੁਨੀ ਨੂੰ ਮਹਾਰਾਜ ਕਹਿੰਦੇ ਕਿ ਮੇਰਾ ਅਸਲੀ ਟਿਕਾਣਾ ਸਾਧ ਸੰਗਤ ਹੀ ਹੈ, ਉੱਥੇ ਮੈਂ ਹਰ ਵੇਲੇ ਮਿਲ ਜਾਂਦਾ। ਜਿੱਥੇ ਸਾਧੂ ਬਹਿ ਕੇ ਕੀਰਤਨ ਕਰਦੇ ਨੇ, ਉੱਥੇ ਮੇਰਾ ਹਰ ਵੇਲੇ ਹੀ ਵਾਸਾ ਹੁੰਦਾ ਹੈ। ਹਾਂਜੀ, ਬਣਿਓ ਜਨ ਕੇ ਅਨੁਸਾਰੀ। ਮੈਂ ਆਪਣੇ ਜਨਾਂ ਭਗਤਾਂ ਦਾ ਅਨੁਸਾਰੀ ਬਣ ਕੇ ਰਹਿੰਦਾ ਹਾਂ, ਆਪਣੇ ਭਗਤਾਂ ਦੀ ਆਗਿਆ ਵਿੱਚ ਚੱਲਦਾ ਹਾਂ। ਹਾਂਜੀ, ਭਗਤ ਭੇਖ ਤਰ ਬਿਦ ਦਿਓ ਜੈਸੇ। ਕਹਿੰਦੇ ਜਿਵੇਂ ਪਰ ਗੁਰੂ ਨਾਨਕ ਦੇਵ ਜੀ ਭਗਤ ਰੂਪ ਹੋ ਕੇ ਪ੍ਰਗਟ ਹੋਏ ਹਨ। ਭਗਤ ਬਸਿੱਧ ਖੜਾਵੋਂ ਤੈਸੇ। ਇਸੇ ਤਰ੍ਹਾਂ ਮੈਂ ਭਗਤਾਂ ਦੇ ਵਾਸਪ ਹੋ ਕੇ ਹੁਣ ਦਿਖਾਵਾਂ, ਤਾਂ ਕਿ ਪਤਾ ਲੱਗ ਜਾਏ ਕਿ ਮੈਂ ਆਪਣੇ ਭਗਤਾਂ ਦੇ ਅਧੀਨ ਹਾਂ, ਮੇਰੇ ਭਗਤ ਮੇਰੇ ਤੋਂ ਵੱਡੇ ਹਨ। ਇਹ ਦੱਸਣਾ ਚਾਹੁੰਦੇ ਮਹਾਰਾਜ ਸਾਹਿਬ ਜੀ। ਹਾਂਜੀ, ਅਬ ਮੈਂ ਸਰ ਕੀ ਕਾਰ ਕਮਾਵਾਂ। ਅਕਾਲ ਪੁਰਖ ਜੀ ਸੋਚਦੇ ਆ ਕਿ ਹੁਣ ਮੈਂ ਆਪ ਸਰੋਵਰ ਦੀ ਸੇਵਾ ਕਰਾਂ। ਸਰੋਵਰ ਵਿੱਚ ਸੰਗਤਾਂ ਦੇ ਸੇਵਾ ਕਰ ਰਹੀਆਂ ਨੇ, ਮੈਂ ਆਪ ਵੀ ਜਾ ਕੇ ਸੇਵਾ ਕਰਾਂ। ਹਾਂਜੀ, ਛਪਨ ਹੇਤ ਬਪ ਕੋ ਪਲਟਾਵੋ। ਪਰ ਉੱਥੇ ਮੈਨੂੰ ਪਛਾਣ ਨਾ ਲੈਣ, ਇਸ ਕਰਕੇ ਮੈਂ ਵੀ ਮਜ਼ਦੂਰਾਂ ਵਾਲਾ ਸਰੂਪ ਧਾਰਨ ਕਰਕੇ ਜਾਵਾਂਗਾ। ਇਸ ਤਰ੍ਹਾਂ ਮਾਧੋ ਜੀ ਸਾਰੀ ਸ੍ਰਿਸ਼ਟੀ ਦੇ ਮਾਲਕ ਵਾਹਿਗੁਰੂ ਜੀ ਪਰਮੇਸ਼ਰ ਜੀ ਬਨ ਮਜੂਰ ਤਨ ਘਟ ਪਟ ਬਾਦੋ। ਸਾਧ ਸੰਗਤ ਜੀ ਮਜ਼ਦੂਰਾਂ ਵਾਲੇ ਭੇਸ ਬਣਾ ਲਿਆ। ਅਕਾਲ ਪੁਰਖ ਨੇ ਕਮਰ ਕਸਾ ਕੱਸ ਲਿਆ, ਪੁਰਾਣੇ ਜੇ ਕੱਪੜੇ ਪਾ ਲਏ, ਸਾਦੇ ਜੇ ਮਜ਼ਦੂਰਾਂ ਵਾਲੇ। ਹਾਂਜੀ, ਕਹੀ ਕੰਧ ਖਨ ਬੇਹਿਤ ਧਾਰੀ। ਤੇ ਮੋਢੇ ਤੇ ਕਈ ਧਰ ਲਈ ਪੁੱਟਣ ਵਾਸਤੇ ਮਿੱਟੀ ਨੂੰ। ਹਾਂਜੀ, ਟੋਕਰੀ ਹਾਥ ਮਝਾਰੀ। ਇੱਕ ਹੱਥ ਵਿੱਚ ਟੋਕਰੀ ਫੜ ਲਈ ਮਿੱਟੀ ਢੋਣ ਵਾਸਤੇ। ਸਾਰੀ ਸ੍ਰਿਸ਼ਟੀ ਦਾ ਮਾਲਕ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਦੀ ਮਿੱਟੀ ਪੁੱਟਣ ਲਈ ਆ ਗਿਆ ਹੈ। ਕੀ ਕੌਤਕ ਵਰਤੇ ਨੇ, ਕੀ ਬਚਨ ਹੋਏ ਨੇ। ਆਪਾਂ ਰੋਜ਼ ਇਹ ਸ਼ਬਦ ਸੁਣਦੇ ਆ ਨਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਵਾਹਿਗੁਰੂ ਸਾਰੇ ਰੂਪ ਧਾਰਨ ਕਰ ਲੈਂਦਾ, ਅਨੇਕ ਰੂਪ ਖਿਨ ਮਾਹੇ ਕੁਦਰਤ ਧਾਰਦਾ। ਆਪਣੀ ਕੁਦਰਤ ਨਾਲ ਅਨੇਕਾਂ ਹੀ ਰੂਪ ਬਣਾ ਲੈਂਦਾ। ਜੇ ਲੋੜ ਪਈ ਸੀ ਤੇ ਥੰਮ ਪਾੜ ਕੇ ਪ੍ਰਹਲਾਦ ਦੀ ਰੱਖਿਆ ਲਈ ਨਰਸਿੰਘ ਬਣ ਕੇ ਆਇਆ ਸੀ ਨਾ। ਅੱਜ ਕੱਲ੍ਹ ਸਾਡੇ 'ਚ ਕਈ ਪ੍ਰਕਾਰ ਦੇ ਨਾ ਨਿਸ਼ਚੈਹੀਣੀਆਂ ਗੱਲਾਂ ਆ ਜਾਂਦੀਆਂ ਵੀ ਅਕਾਲ ਪੁਰਖ ਜੀ ਇੱਦਾਂ ਕਿਵੇਂ ਆ ਸਕਦੇ ਆ ਮਜ਼ਦੂਰ ਬਣ ਕੇ। ਜੇ ਨਰਸਿੰਘ ਬਣ ਕੇ ਆ ਸਕਦੇ ਆ ਪ੍ਰਹਲਾਦ ਦੀ ਰਾਖੀ ਲਈ, ਤੇ ਹਰਿਮੰਦਰ ਸਾਹਿਬ ਮਜ਼ਦੂਰ ਬਣ ਕੇ ਵੀ ਆ ਸਕਦੇ। ਉਹ ਤਾਂ ਸਭ ਕੁਝ ਕਰਨ ਵਾਲੇ ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਮਹਾਰਾਜ ਦੀ ਖੇਡ ਹੈ, ਸਾਨੂੰ ਉਹਦੇ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਧੰਨ ਸ੍ਰੀ ਅਕਾਲ ਪੁਰਖ ਅੰਤਰਜਾਮੀ ਮਜ਼ਦੂਰ ਦਾ ਭੇਸ ਬਣਾ ਕੇ ਸ੍ਰੀ ਅੰਮ੍ਰਿਤਸਰ, ਜਿੱਥੇ ਅੱਜ ਕੱਲ੍ਹ ਹਰ ਕੀ ਪੌੜੀ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਖਦੇ ਹਾਂ ਜਾਂ ਜਲ ਲੈਂਦੇ ਆ, ਉਹ ਜਗ੍ਹਾ ਤੇ ਮੇਨ ਥਾਂ ਤੇ ਅਕਾਲ ਪੁਰਖ ਆਪ ਮਿੱਟੀ ਪੁੱਟੀ, ਕਾਰ ਸੇਵਾ ਕੀਤੀ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।